देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਪ੍ਰੋਕਿਉਰਮੈਂਟ ਨਾ ਬੜੀ ਚੈਲੰਜਿੰਗ ਪ੍ਰੋਕਿਉਰਮੈਂਟ ਇਸ ਕਰਕੇ ਸੀ ਵੀ ਕੋਵਿਡ ਦੀ ਸੈਕਿੰਡ ਸਰਜ ਆ ਗਈ, ਇੱਕੋਦਮ ਮੰਡੀਆਂ ਅਸੀਂ ਐਕਸਟੈਂਡ ਕਰੀਆਂ, ਵਧਾਈਆਂ ਦੁਬਾਰਾ ਜਿਵੇਂ ਪਿਛਲੇ ਸਾਲ ਵਧਾਈਆਂ ਸੀਗੀਆਂ ਔਰ ਇਸ ਤਰੀਕੇ ਕੋਸ਼ਿਸ਼ ਕੀਤੀ ਵੀ ਕਿਸੇ ਵੀ ਕਿਸਾਨ ਨੂੰ ਜਾਂ ਸਾਡੇ EMPLOYE ਨੂੰ ਲੇਬਰ ਨੂੰ ਕੋਈ ਪ੍ਰੋਬਲਮ ਆ ਨਾ ਜਾਏ। ਅਸਲ ਇੱਕੋਦਮ ਤੇਜ਼ੀ ਨਾਲ ਆਈ ਤਾਂ ਥੋੜਾ ਜਿਹਾ ਲੋਕਾਂ ਦੇ ਮਨਾਂ 'ਚ ਆਇਆ ਜੀ ਖਮਨੀ ਬਾਹਰ ਦਾ ਨਾ ਪ੍ਰੋਬਲਮ ਹੈ ਨਹੀਂ ਜੀ, ਇਹਨਾਂ ਕੋਲ ਪੇਮੈਂਟ ਨਹੀਂ ਕਰ ਹੋਣੀ, ਸਿਸਟਮ ਨਵਾਂ ਸੀ, ਸਾਰੇ ਆੜ੍ਹਤੀਆਂ ਨੂੰ ਪੜ੍ਹਾਉਂਦੇ ਰਹੇ, ਆਪਣੇ ਸਟਾਫ ਨੂੰ ਗਾਈਡ ਕੀਤਾ, ਨਾਲ ਉਹਨਾਂ ਦੇ ਜਿਹੜੇ ਮੁਨੀਮ ਵਗੈਰਾ ਸੀ ਉਹਨਾਂ ਨੂੰ ਪੜ੍ਹਾਇਆ ਵੀ ਨਵੇਂ ਸਿਸਟਮ ਦੇ ਵਿੱਚ ਇਸ ਤਰੀਕੇ ਬਿੱਲ ਆਉਣੇ ਆ, ਇੱਦਾਂ ਫਾਰਮਰਸ ਦੀ ਰਜਿਸਟ੍ਰੇਸ਼ਨ ਹੋਣੀ ਹੈ, ਇਸ ਤਰੀਕੇ ਅਸੀਂ ਪੇਮੈਂਟ ਕਰਨੀ ਹੈ। ਅਪੋਜੀਸ਼ਨ ਦੀਆਂ ਜਿਹੜੇ ਮਨਾਂ 'ਚ ਵਹਿਮ ਰੱਖੀ ਬੈਠੇ ਸੀ ਉਹਨਾਂ ਦੀ ਗੱਲਾਂ ਦਾ ਜਵਾਬ ਇਸ ਡਾਟੇ 'ਚ ਹੈ ਵੀ ਅਸੀਂ 19 ਦਿਨਾਂ 'ਚ, ਅੱਜ 30 ਤਰੀਕ ਹੈ, ਪਿਛਲੇ 29 ਤਰੀਕ ਤੱਕ 11 ਤੋਂ ਲੈ ਕੇ 29 ਤਾਈਂ 19 ਦਿਨ ਬਣਦੇ ਨੇ, 19 ਦਿਨਾਂ 'ਚ ਅਸੀਂ 104 ਲੱਖ ਮੀਟ੍ਰਿਕ ਟਨ ਪ੍ਰੋਕਿਉਰ ਕਰਦੇ ਹਾਂ। ਅਸੀਂ ਪੇਮੈਂਟ ਪਿਛਲੇ ਸਾਲ ਨਾਲੋਂ ਜਿੰਨੀ ਹੁਣ ਕੀਤੀ ਹੈ ਤਕਰੀਬਨ 16,500 ਕਰੋੜ ਅਸੀਂ ਕਿਸਾਨਾਂ ਦੇ ਖਾਤੇ 'ਚ ਪਾ ਚੁੱਕੇ, ਪਿਛਲੇ ਸਾਲ ਨਾਲੋਂ 200% ਜ਼ਿਆਦਾ। ਜਿਨ੍ਹਾਂ ਕੋਲ ਪ੍ਰੋਕਿਉਰਮੈਂਟ ਹੀ ਨਹੀਂ ਸੀ ਹੁੰਦੀ, ਜਿਨ੍ਹਾਂ ਦੀ ਮਹੀਨਾ CCL ਨਹੀਂ ਸੀ ਆਉਂਦੀ, ਜਿਨ੍ਹਾਂ ਕੋਲ ਪੇਮੈਂਟ ਕਰਨੀ ਸੀ ਹੁੰਦੀ, ਲਿਫਟਿੰਗ ਕਰਨੀ ਸੀ ਹੁੰਦੀ, ਅੱਜ ਉਹ ਸਾਡੀ ਇਹਨੂੰ ਐਡਮਾਇਰ ਕਰਨਾ ਕਿ ਇਹ ਉਹੀ ਸਾਰੇ EMPLOYE ਉਹੀ ਨੇ, ਸਾਰੇ ਬੰਦੇ ਉਹੀ ਨੇ, ਪਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਉਣ ਦੇ ਸਾਰ ਐਡਮਿਨਿਸਟ੍ਰੇਸ਼ਨ ਇਹੋ ਜਿਹੀ ਹੈ ਵੀ ਪ੍ਰੋਕਿਉਰਮੈਂਟ ਹੋ ਜਾਂਦੀ ਅਤੇ ਹੁਣ ਵੀ ਤੁਹਾਡੀਆਂ ਉਹਨਾਂ ਸਾਰੀਆਂ ਦੇ ਗੱਲਾਂ ਦਾ ਜਵਾਬ ਇਹ ਹੈ ਵੀ ਅਸੀਂ 19 ਦਿਨਾਂ 'ਚ 104 ਲੱਖ ਮੀਟ੍ਰਿਕ ਟਨ ਪ੍ਰੋਕਿਉਰ ਕਰ ਲਈ। ਪੰਜਾਬ 'ਚ ਹਾੜੀ ਦੀ ਫਸਲ ਦੀ ਖਰੀਦ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ਦੇ ਵਿੱਚ ਹਾਲਾਤ ਕੀ ਨੇ, ਬਾਰਦਾਨੇ ਦੀ ਕੰਡੀਸ਼ਨ ਕੀ ਹੈ, ਸਮੱਸਿਆ ਕਿੰਨੀ ਕੁ ਆਈ ਸੀ, ਕਿੰਨੀ ਕੁ ਸੋਲਵ ਹੋ ਗਈ। ਇਸ ਤੋਂ ਇਲਾਵਾ ਪਹਿਲੀ ਵਾਰ ਜੋ ਸਿਸਟਮ ਸੀ ਆਨਲਾਈਨ ਅਦਾਇਗੀ ਤੇ ਸਿੱਧੀ ਅਦਾਇਗੀ ਦਾ, ਉਹ ਕਿੰਨਾ ਕੁ ਸਫਲ ਸਾਬਿਤ ਹੋਇਆ, ਇਸੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਥੇ ਭਾਰਤ ਭੂਸ਼ਣ ਆਸ਼ੂ ਜੀ ਨੇ, ਮੰਤਰੀ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਦੈਨਿਕ ਸਵੇਰਾ ਜੀ। ਬਹੁਤ ਮਿਹਰਬਾਨੀ ਜੀ। ਮੰਤਰੀ ਸਾਹਿਬ, ਜਿਹੜਾ ਇਸ ਵਾਰ ਪਹਿਲਾ ਸਿਸਟਮ ਆਇਆ ਸੀ ਸਿੱਧੀ ਅਦਾਇਗੀ ਦਾ, ਕਿੰਨਾ ਕੁ ਸਫਲ ਸਾਬਿਤ ਹੋਇਆ ਤੇ ਕਰੰਟ ਜਿਹੜੀ ਖਰੀਦ ਦੀ ਸਟੇਟਸ ਕੀ ਹੈਗਾ? ਜੋ ਡਾਟੇ ਦੱਸਦੇ ਆ ਤੁਸੀਂ ਆਪ ਅੰਦਾਜ਼ਾ ਲਗਾਓਗੇ ਕਿੰਨਾ ਕਾਮਯਾਬ ਹੋਇਆ ਹੈ। ਇਸ ਵਾਰ ਭਾਈ ਸਾਹਿਬ ਬੜੀ ਪ੍ਰੋਕਿਉਰਮੈਂਟ ਨਾ ਬੜੀ ਚੈਲੰਜਿੰਗ ਪ੍ਰੋਕਿਉਰਮੈਂਟ ਇਸ ਕਰਕੇ ਸੀ ਵੀ ਕੋਵਿਡ ਦੀ ਸੈਕਿੰਡ ਸਰਜ ਆ ਗਈ, ਇੱਕੋਦਮ ਮੰਡੀਆਂ ਅਸੀਂ ਐਕਸਟੈਂਡ ਕਰੀਆਂ, ਵਧਾਈਆਂ ਦੁਬਾਰਾ ਜਿਵੇਂ ਪਿਛਲੇ ਸਾਲ ਵਧਾਈਆਂ ਸੀਗੀਆਂ ਔਰ ਇਸ ਤਰੀਕੇ ਕੋਸ਼ਿਸ਼ ਕੀਤੀ ਵੀ ਕਿਸੇ ਵੀ ਕਿਸਾਨ ਨੂੰ ਜਾਂ ਸਾਡੇ EMPLOYE ਨੂੰ ਲੇਬਰ ਨੂੰ ਕੋਈ ਪ੍ਰੋਬਲਮ ਆ ਨਾ ਜਾਏ। ਇਹ ਸਾਰੀਆਂ ਦੇ ਮੱਦੇ ਨਜ਼ਰ ਇੱਕ ਸਭ ਤੋਂ ਵੱਡੀ ਪ੍ਰੋਬਲਮ ਉਦੋਂ ਰੇੜਕਾ ਇਹ ਬਣਿਆ ਹੋਇਆ ਸੀ ਹਰੇਕ ਦੇ ਮਨ ਵਿੱਚ, ਇਨਕਲੂਡਿੰਗ ਤੁਹਾਡੇ ਵੀ ਪਤਾ ਨਹੀਂ ਪ੍ਰੋਕਿਉਰਮੈਂਟ ਐਤਕੀ ਹੋਏਗੀ ਕਿ ਨਹੀਂ ਹੋਏਗੀ। ਅਸੀਂ ਬਾਰ-ਬਾਰ ਕਹਿ ਰਹੇ ਸੀਗੇ ਵੀ ਬਿਲਕੁਲ ਬਗੈਰ ਡਰਦੇ ਅਸੀਂ ਪ੍ਰੋਕਿਉਰਮੈਂਟ ਕਰਾਂਗੇ, ਇੱਕ ਦਾਣਾ ਚੱਕਾਂਗੇ। CM ਸਾਹਿਬ ਨੇ ਆਪ ਔਨ ਰਿਕਾਰਡ ਆਖਿਆ ਅਤੇ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਸ਼ੰਕਾ ਸੀਗੀ ਬਈ ਸੈਂਟਰ ਗੌਰਮੈਂਟ ਅੜੀ ਬੈਠੀ ਹੈ, CCL ਪਤਾ ਨਹੀਂ ਆਊਗੀ ਕਿ ਨਹੀਂ ਆਊਗੀ। ਜਿਹੜੇ ਸਾਡੇ ਆੜ੍ਹਤੀ ਸੀਗੇ ਉਹਨਾਂ ਦੇ ਮਨ 'ਚ ਡਾਇਰੈਕਟ ਪੇਮੈਂਟ ਦੇ ਬਾਰੇ ਵੀ ਥੋੜ੍ਹਾ ਜਿਹਾ ਭਰਮ ਭੁਲੇਖੇ ਸੀਗੇ, ਉਹਨਾਂ ਨੇ ਸਾਡਾ ਸਾਥ ਦਿੱਤਾ। CM ਸਾਹਿਬ ਨਾਲ ਇੱਕ ਬੜੀ ਲੰਬੀ ਮੀਟਿੰਗ ਤੋਂ ਬਾਅਦ ਫੈਸਲੇ ਲਏ, ਉਹਨਾਂ ਨੂੰ ਡੈਮੋ ਦਿੱਤਾ ਗਿਆ ਵੀ ਅਸੀਂ ਤੁਹਾਨੂੰ ਬਕਾਇਦਾ CM ਸਾਹਿਬ ਨੇ ਜੋ ਡਾਇਰੈਕਸ਼ਨ ਦਿੱਤੀਆਂ ਫੂਡ ਡਿਪਾਰਟਮੈਂਟ ਨੂੰ ਵੀ ਇਹਨਾਂ ਨੂੰ ਰੈਲੇਵੈਂਟ ਰੱਖਣਾ ਹੈ, ਇਹਨਾਂ ਨੂੰ ਸਿਸਟਮ 'ਚੋਂ ਬਾਹਰ ਨਹੀਂ ਹੋਣ ਦੇਣਾ, ਅਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਅਤੇ ਸੈਂਟਰ ਗੌਰਮੈਂਟ ਦੀਆਂ ਜਿਹੜੀਆਂ ਇੰਸਟਰਕਸ਼ਨ ਸੀਗੀਆਂ ਉਹਦੇ ਮੁਤਾਬਕ ਅਸੀਂ ਪ੍ਰੋਕਿਉਰਮੈਂਟ ਸ਼ੁਰੂ ਕੀਤੇ। ਟਾਈਮਲੀ ਸਾਡੀ CCL ਆਈ, ਪਰ 11 ਤਰੀਕ ਨੂੰ ਇੱਦਾਂ ਫਲੱਡ ਆਇਆ ਫਸਲ ਦਾ, ਇੱਕੋ ਦਮ ਖਰੀਦ ਦੀ ਸ਼ੁਰੂਆਤ ਹੋਈ, ਜਿਵੇਂ ਹੀ ਸ਼ੁਰੂਆਤ ਹੋਈ ਇੱਕ ਦਿਨ ਛੱਡ ਕੇ ਅਗਲੇ ਦਿਨ ਤੋਂ 4-5 ਲੱਖ ਮੀਟ੍ਰਿਕ ਟਨ ਮੰਡੀਆਂ 'ਚ, ਅਗਲੇ ਦਿਨ ਫਿਰ ਓਨਾ ਹੀ, ਅਗਲੇ ਦਿਨ ਫਿਰ ਓਨਾ ਹੀ। ਤਾਂ ਫਿਰ ਜਦੋਂ ਇੱਕੋ ਦਮ ਫਸਲ ਮਾਰਕੀਟ 'ਚ ਆ ਜਾਏ ਤਾਂ ਥੋੜ੍ਹਾ ਬਹੁਤ, ਕਿਉਂਕਿ ਸਾਡੇ ਸਟਾਫ ਦੇ ਬੰਦੇ ਉਨੇ ਹੈ, ਮੰਡੀਆਂ 'ਚ ਲੇਬਰ ਉਨੀ ਹੈ, ਲੇਬਰ ਵੈਸੇ ਹੀ ਇਸ ਵਾਰ ਕੋਈ UP ਦੇ ਇਲੈਕਸ਼ਨਸ ਕਰਕੇ ਔਰ ਕੋਵਿਡ ਕਰਕੇ ਥੋੜ੍ਹੀ ਘੱਟ ਸੀਗੀ ਅਤੇ ਉਨੀ ਹੈ, ਉਹੀ ਬੰਦੇ ਸਫਾਈ ਕਰਨ ਅਤੇ ਉਹੀ ਭਰਾਈ ਕਰਨ ਅਤੇ ਉਹੀ ਤੋਲਾ ਕਰਨ ਅਤੇ ਉਹੀ ਸਟੈਗਿੰਗ ਕਰਨ ਅਤੇ ਫਸਲ ਨੂੰ ਬਾਹਰ ਭੇਜਣ, ਅਤੇ ਬੰਦੇ ਉਨੇ ਹੀ ਹੁੰਦੇ ਆ। ਫਸਲ ਇੱਕੋ ਦਮ ਤੇਜ਼ੀ ਨਾਲ ਆਈ ਤਾਂ ਥੋੜ੍ਹਾ ਜਿਹਾ ਲੋਕਾਂ ਦੇ ਮਨਾਂ 'ਚ ਆਇਆ ਜੀ ਖਮਨੀ ਬਾਹਰ ਦਾ ਨਾ ਪ੍ਰੋਬਲਮ ਹੈ ਨਹੀਂ ਜੀ, ਇਹਨਾਂ ਕੋਲ ਪੇਮੈਂਟ ਨਹੀਂ ਕਰ ਹੋਣੀ, ਸਿਸਟਮ ਨਵਾਂ ਸੀ, ਸਾਰੇ ਆੜ੍ਹਤੀਆਂ ਨੂੰ ਪੜ੍ਹਾਉਂਦੇ ਰਹੇ, ਆਪਣੇ ਸਟਾਫ ਨੂੰ ਗਾਈਡ ਕੀਤਾ, ਨਾਲ ਉਹਨਾਂ ਦੇ ਜਿਹੜੇ ਮੁਨੀਮ ਵਗੈਰਾ ਸੀ ਉਹਨਾਂ ਨੂੰ ਪੜ੍ਹਾਇਆ ਵੀ ਨਵੇਂ ਸਿਸਟਮ ਦੇ ਵਿੱਚ ਇਸ ਤਰੀਕੇ ਬਿੱਲ ਆਉਣੇ ਆ, ਇੱਦਾਂ ਫਾਰਮਰਸ ਦੀ ਰਜਿਸਟ੍ਰੇਸ਼ਨ ਹੋਣੀ ਹੈ, ਇਸ ਤਰੀਕੇ ਅਸੀਂ ਪੇਮੈਂਟ ਕਰਨੀ ਹੈ। ਮੰਤਰੀ ਸਾਹਿਬ, ਇਸ ਵਾਰ ਤੁਹਾਨੂੰ ਇੱਕ ਨਵੀਂ ਪਾਠਸ਼ਾਲਾ ਵੀ ਲਾਉਣੀ ਪਈ, ਨਾਲ ਖਰੀਦ ਤਾਂ ਕਰਨੀ ਪਈ, ਇੱਕ ਪਾਠਸ਼ਾਲਾ ਵੀ ਲਾਉਣੀ ਪਈ, ਸਾਰਿਆਂ ਨੂੰ ਦੱਸਣਾ ਵੀ ਸੀ ਕਿ ਪ੍ਰਕਿਰਿਆ ਹੋਵੇਗੀ। ਹਾਂ ਬਿਲਕੁਲ, ਉਹਦੇ ਮੁਤਾਬਕ ਹੋਇਆ ਸਾਰਾ ਕੁਝ। ਹੁਣ ਉਹਨਾਂ ਅਪੋਜੀਸ਼ਨ ਦੀਆਂ
ਜਿਹੜੇ ਜਿਹੜੇ ਮਨਾਂ 'ਚ ਵਹਿਮ ਰੱਖੀ ਬੈਠੇ ਸੀ ਉਹਨਾਂ ਦੀ ਗੱਲਾਂ ਦਾ ਜਵਾਬ ਇਸ ਡਾਟੇ 'ਚ ਹੈ ਵੀ ਅਸੀਂ 19 ਦਿਨਾਂ 'ਚ, ਅੱਜ 30 ਤਰੀਕ ਹੈ, ਪਿਛਲੇ 29 ਤਰੀਕ ਤੱਕ 11 ਤੋਂ ਲੈ ਕੇ 29 ਤਾਈਂ 19 ਦਿਨ ਬਣਦੇ ਨੇ। 19 ਦਿਨਾਂ 'ਚ ਅਸੀਂ 104 ਲੱਖ ਮੀਟ੍ਰਿਕ ਟਨ ਪ੍ਰੋਕਿਓਰ ਕਰ ਲਿਆ। ਮੰਡੀਆਂ 'ਚ 106 ਲੱਖ ਮੀਟ੍ਰਿਕ ਟਨ ਫਸਲ ਆਈ। ਐਸਟੀਮੇਟ ਹੈ ਸਾਡਾ 130 ਲੱਖ ਮੀਟ੍ਰਿਕ ਟਨ ਦੇ ਕਰੀਬ ਅਸੀਂ ਫਸਲ ਪ੍ਰੋਕਿਓਰ ਕਰਨੀ ਹੈ। ਅਗਲੇ 2 ਜਾਂ 3 ਦਿਨਾਂ ਦੀ ਹੋਰ ਗੱਲ ਰਹਿ ਗਈ। ਸਾਰੀ 19 ਦਿਨਾਂ 'ਚ ਅਸੀਂ ਇੱਕੋ ਦਮ ਫਸਲ ਪ੍ਰੋਕਿਓਰ ਕਰ ਲਈ ਔਰ ਪਿਛਲੇ ਸਾਲ ਨਾਲੋਂ ਇਹ ਆਲਮੋਸਟ ਡਬਲ ਹੈ। ਅਸੀਂ ਪੇਮੈਂਟ ਪਿਛਲੇ ਸਾਲ ਨਾਲੋਂ ਜਿੰਨੀ ਹੁਣ ਕੀਤੀ ਹੈ ਤਕਰੀਬਨ 16,500 ਕਰੋੜ ਅਸੀਂ ਕਿਸਾਨਾਂ ਦੇ ਖਾਤੇ 'ਚ ਪਾ ਚੁੱਕੇ ਹਾਂ। ਪਿਛਲੇ ਸਾਲ ਨਾਲੋਂ 200% ਜ਼ਿਆਦਾ ਸਾਡੀ ਜਿਹੜੀ ਲਿਫਟਿੰਗ ਹੈ, ਪਿਛਲੇ ਸਾਲ ਤਕਰੀਬਨ ਇਹਨਾਂ ਦਿਨਾਂ 'ਚ ਅਸੀਂ 40-42 ਲੱਖ ਮੀਟ੍ਰਿਕ ਟਨ ਲਿਫਟਿੰਗ ਕਰੀ ਸੀ। ਅੱਜ ਅਸੀਂ 62 ਲੱਖ 61 ਲੱਖ ਸਮਥਿੰਗ ਲਿਫਟਿੰਗ ਕਰ ਚੁੱਕੇ ਹਾਂ। ਅਗਲੇ 5-7 ਦਿਨਾਂ 'ਚ ਅਸੀਂ ਮੰਡੀਆਂ ਸਾਫ਼ ਕਰ ਦੇਣੀਆਂ ਸਾਰੀਆਂ। ਹੁਣ ਤਕਰੀਬਨ ਕਾफ़ੀ ਡਿਸਟ੍ਰਿਕਾਂ 'ਚ ਅਰਾਈਵਲ ਪੂਰੀ ਹੋ ਗਈ ਹੋਈ ਹੈ, ਪ੍ਰੋਕਿਓਰਮੈਂਟ ਪੂਰੀ ਹੋ ਗਈ ਹੋਈ ਹੈ ਔਰ ਕੁਝ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਰਹਿੰਦੀ ਹੈ, ਉੱਥੇ ਥੋੜ੍ਹੀ ਜ਼ੋਰਾਂ 'ਤੇ ਹੈ ਤੇ ਅਗਲੇ 3-4 ਦਿਨਾਂ 'ਚ ਸਾਡੀ ਪ੍ਰੋਕਿਓਰਮੈਂਟ ਹੋ ਜਾਏਗੀ। ਪੰਜਾਬ ਦੇ ਵਿੱਚ ਤਾਂ ਬੜਾ ਵਧੀਆ ਡਾਟਾ ਹੈਗਾ। ਤੁਸੀਂ ਦੱਸਿਆ 1,30,000 ਮੈਟ੍ਰਿਕ ਟਨ ਜਿਹੜੀ ਖਰੀਦੀ ਹੈ ਤੁਸੀਂ, ਲੇਕਿਨ ਅਗਰ ਨੈਸ਼ਨਲ ਲੈਵਲ ਤੇ ਦੇਖੀਏ ਤਾਂ ਮੱਧ ਪ੍ਰਦੇਸ਼ ਦੀ ਇਸ ਵਾਰ ਜ਼ਿਆਦਾ ਹੋਏਗੀ, 1,35,000 ਮੈਟ੍ਰਿਕ ਟਨ। ਕਿਤੇ ਨਾ ਕਿਤੇ ਨੰਬਰ 1 ਇਸ ਵਾਰ ਪ੍ਰੋਕਿਓਰਮੈਂਟ ਦੇ ਵਿੱਚ। ਪਿਛਲੀ ਵਾਰ ਵੀ ਮੱਧ ਪ੍ਰਦੇਸ਼ ਸਾਨੂੰ ਕ੍ਰਾਸ ਕਰਕੇ ਗਿਆ ਸੀਗਾ। ਜੇ ਅਗਰ ਮੱਧ ਪ੍ਰਦੇਸ਼ ਦੇ ਅਸੀਂ ਏਰੀਆ ਦੇ ਹਿਸਾਬ ਨਾਲ ਦੇਖੀਏ ਤਾਂ ਪੰਜਾਬ ਦੀ ਪ੍ਰੋਡਕਸ਼ਨ ਕਿਤੇ ਹਲੇ ਵੀ ਜ਼ਿਆਦਾ ਹੈ। ਮੱਧ ਪ੍ਰਦੇਸ਼ ਜਿੱਡਾ ਵੱਡਾ ਏਰੀਆ, ਉਹਦੇ 'ਚ 3 ਪੰਜਾਬ ਬਣ ਜਾਣ, ਉਹਦੇ 'ਚ ਪੰਜਾਬ ਦਾ ਹਲੇ ਵੀ ਕੋਈ ਮੁਕਾਬਲਾ ਨਹੀਂ ਹੈ। ਠੀਕ ਹੈ, ਉਹ ਤਰੱਕੀ ਕਰਦੇ ਪਏ ਔਰ ਸਾਨੂੰ ਐਡਮਾਇਰ ਕਰਨਾ ਚਾਹੀਦਾ ਉਹਨਾਂ ਨੇ ਵੀ ਜੋ ਅਸੀਂ ਰਿਸਰਚ ਕਰਕੇ ਬੀ ਤਿਆਰ ਕੀਤੇ, ਅੱਜ ਉਹਨਾਂ 'ਤੇ ਸਾਰਾ ਹਿੰਦੁਸਤਾਨ ਬੈਂਕ ਕਰ ਰਿਹਾ। ਉਹਦੇ 'ਤੇ ਜਿਹੜੀ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਪੰਜਾਬ ਨੇ ਕਰੀ ਸੀ, ਅੱਜ ਉਹਨੂੰ ਸਾਰੇ ਫਾਲੋ ਕਰਦੇ ਆ ਰਹੇ ਆ। ਇਹ ਸਾਨੂੰ ਮਾਣ ਹੈ ਇਸ ਗੱਲ ਦੇ ਉੱਤੇ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਪੰਜਾਬ ਨੂੰ ਇਗਨੋਰ ਹੀ ਕਰ ਦੇਣਾ। ਪੰਜਾਬ ਨੇ ਸਾਰੇ ਉਸ ਮੌਕੇ 'ਤੇ ਹਿੰਦੁਸਤਾਨ ਦਾ ਢਿੱਡ ਭਰਿਆ, ਸੋ ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਹਾਂ, ਉਹਨਾਂ ਦਾ ਜਿਹੜਾ ਪ੍ਰੋਕਿਓਰਮੈਂਟ ਹੈ ਸਾਡੇ ਤੋਂ ਪਹਿਲਾਂ ਦੀ ਸ਼ੁਰੂ ਹੋਈ ਹੈ। ਉਹਨਾਂ ਨੇ 27-28 ਮਾਰਚ ਦੀ ਸ਼ੁਰੂ ਕੀਤੀ ਹੋਈ ਹੈ ਅਤੇ ਹਲੇ ਉਹ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਸਾਡੇ ਤੋਂ ਅੱਧੀ ਵੀ ਪ੍ਰੋਕਿਓਰ ਨਹੀਂ ਕਰੀ ਅਤੇ ਉਹਨਾਂ ਦਾ ਸੀਜ਼ਨ ਵੀ ਲੰਬਾ ਚੱਲਦਾ ਹੈ। ਅਸੀਂ ਤਾਂ ਇਹ ਦੱਸਣਾ ਚਾਹ ਰਹੇ ਹਾਂ ਵੀ ਸਾਡੇ ਗੁਆਂਢੀ ਸੂਬੇ ਹਰਿਆਣਾ ਨੇ 1 ਅਪ੍ਰੈਲ ਤੋਂ ਸ਼ੁਰੂ ਕੀਤੀ ਸੀ ਪ੍ਰੋਕਿਓਰਮੈਂਟ ਅਤੇ ਉਹ ਵੀ ਅੱਜ 74-75 ਲੱਖ ਮੀਟ੍ਰਿਕ ਟਨ 'ਤੇ ਹੀ ਬੈਠੇ ਨੇ ਅਤੇ ਅਸੀਂ ਤਾਂ 11 ਨੂੰ ਸ਼ੁਰੂ ਕਰੀ ਹੈ 10 ਤੋਂ ਬਾਅਦ, ਅਤੇ ਅੱਜ 29 ਤਰੀਕ ਤਾਈਂ 104 ਲੱਖ ਮੀਟ੍ਰਿਕ ਟਨ ਪ੍ਰੋਕਿਓਰ ਕਰਕੇ ਬੈਠੇ ਹਾਂ। ਸੋ ਸਾਡਾ ਜਿਹੜਾ ਆਪਰੇਸ਼ਨ ਹੈ ਉਹ ਬਹੁਤ ਫਾਸਟ ਚੱਲਿਆ ਇਸ ਵਾਰ ਔਰ ਸ਼ਾਬਾਸ਼ੀ ਹੈ ਸਾਡੇ ਇੰਪਲੋਈਆਂ 'ਤੇ, ਸਾਡੇ ਸਾਰੇ ਪ੍ਰੋਕਿਓਰਿੰਗ ਏਜੰਸੀਆਂ ਦੇ ਇੰਪਲੋਈਆਂ 'ਤੇ, ਜਿਨ੍ਹਾਂ ਨੇ ਸਾਡੀ ਡਿਸਟ੍ਰਿਕਟ ਲੈਵਲ ਦੀ ਐਡਮਿਨਿਸਟ੍ਰੇਸ਼ਨ, SDMs, DCs ਸਭ ਨੇ ਬਹੁਤ ਮਦਦ ਕੀਤੀ। ਸਭ ਵੱਡੇ ਪੱਧਰ ਤੇ ਤੁਸੀਂ ਖਰੀਦਦਾਰੀ ਕੀਤੀ ਹੈ, ਲੇਕਿਨ ਓਪੋਜੀਸ਼ਨ ਹਾਲੇ ਵੀ ਸਵਾਲ ਚੱਕ ਰਿਹਾ। ਤੁਹਾਡੇ ਘਰ ਦੇ ਬਾਹਰ ਹੀ ਅਸੀਂ ਵੀ ਕਵਰ ਕਰ ਰਹੇ ਸੀ, ਵਿਰੋਧੀ ਧਿਰ ਆ ਕੇ ਬੈਠਦੇ ਆ, ਆਮ ਆਦਮੀ ਪਾਰਟੀ ਦੇ MLA ਆ ਕੇ ਬੈਠਦੇ ਆ, ਜਾਂ ਫਿਰ ਮੰਡੀਆਂ 'ਚ ਦੌਰੇ ਕਰਦੇ ਆ, ਸੁਖਬੀਰ ਬਾਦਲ ਵੀ ਕਰਦੇ ਆ, ਆਮ ਆਦਮੀ ਪਾਰਟੀ ਦੇ ਲੀਡਰ ਕਰਦੇ। ਬੜੇ ਸਾਰੇ ਐਲੀਗੇਸ਼ਨ ਲਗਾਏ ਜਾਂਦੇ ਆ ਕਿ ਪ੍ਰੋਕਿਓਰਮੈਂਟ ਠੀਕ ਤਰੀਕੇ ਨਾਲ ਨਹੀਂ ਹੋ ਰਹੀ ਜੀ, ਬਾਰਦਾਨੇ ਦੀ ਸਮੱਸਿਆ ਜੀ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਓਪੋਜੀਸ਼ਨ ਵੱਲੋਂ। ਕਿਵੇਂ ਲੱਗਦਾ? ਬੜਾ ਹਾਸਾ ਆਉਂਦਾ ਉਹਨਾਂ 'ਤੇ। ਉਹ ਬੰਦੇ ਜਿਹੜੇ 10 ਸਾਲ ਜਿਨ੍ਹਾਂ ਕੋਲ ਪ੍ਰੋਕਿਓਰਮੈਂਟ ਹੀ ਨਹੀਂ ਸੀ ਹੁੰਦੀ, ਜਿਨ੍ਹਾਂ ਦੀ ਮਹੀਨਾ CCL ਨਹੀਂ ਸੀ ਆਉਂਦੀ, ਜਿਨ੍ਹਾਂ ਕੋਲ ਪੇਮੈਂਟ ਕਰ ਨਹੀਂ ਸੀ ਹੁੰਦੀ, ਲਿਫਟਿੰਗ ਕਰ ਨਹੀਂ ਸੀ ਹੁੰਦੀ, ਅੱਜ ਉਹ ਸਾਡੀ ਇਹਨੂੰ ਐਡਮਾਇਰ ਕਰਨ ਆ ਕੇ ਵੀ ਇਹ ਉਹੀ ਸਾਰੇ ਇੰਪਲੋਈ ਉਹੀ ਨੇ, ਸਾਰੇ ਬੰਦੇ ਉਹੀ ਨੇ। ਪਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਉਣ ਦੇ ਸਾਰ ਐਡਮਿਨਿਸਟ੍ਰੇਸ਼ਨ ਇਹੋ ਜਿਹੀ ਹੈ ਵੀ ਪ੍ਰੋਕਿਓਰਮੈਂਟ ਹੋ ਜਾਂਦੀ ਹੈ। ਅਤੇ ਹੁਣ ਵੀ ਤੁਹਾਡੀਆਂ ਉਹਨਾਂ ਸਾਰੀਆਂ ਦੇ ਗੱਲਾਂ ਦਾ ਜਵਾਬ ਇਹ ਹੈ ਬਈ ਅਸੀਂ 19 ਦਿਨਾਂ 'ਚ 104 ਲੱਖ ਮੀਟ੍ਰਿਕ ਟਨ ਪ੍ਰੋਕਿਓਰ ਕਰ ਲਈ, 16,000 ਕਰੋੜ ਦੀ ਪੇਮੈਂਟ ਕਰਤੀ, 62 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਕਰ ਲਈ। ਬਸ ਜਦੋਂ ਮੈਂ 3 ਡਾਟੇ ਦੱਸ ਦਿੰਦਾ, ਉਹਨਾਂ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਵਿੱਚ ਆ ਜਾਂਦੇ ਆ। ਬਾਰਦਾਨੇ ਨੂੰ ਲੈ ਕੇ ਬੜੇ ਸਵਾਲ। ਇਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਵੀ ਇਸ ਪ੍ਰੋਕਿਓਰਮੈਂਟ ਆਪਰੇਸ਼ਨ ਨੂੰ ਕਲੰਕੀ ਕਰੀਏ, ਕਿਤੇ ਨਾ ਕਿਤੇ ਰੌਲਾ ਪਵਾਈਏ। ਠੀਕ ਹੈ, ਤੁਸੀਂ ਰੌਲਾ ਪਵਾ ਲੈਂਦੇ ਹੋ, ਪਰ ਅੱਜ ਜਵਾਬ ਦੇ ਦਿਓ ਇਹ ਕਿੱਦਾਂ ਹੋ ਗਿਆ? ਇਹ ਜਾਦੂ ਹੋ ਗਿਆ? ਅਸੀਂ ਇੰਨੀ ਫਸਲ ਕਿੱਥੋਂ ਪਾਕਿਸਤਾਨ ਤੋਂ ਤਾਂ ਲੈ ਨਹੀਂ ਆਉਂਦੀ, ਇਹੀ ਸਾਡੇ ਕਿਸਾਨ ਭਰਾਵਾਂ ਦੀ ਫਸਲ ਸੀਗੀ। ਔਰ ਇਸ ਵਾਰ ਇੰਨੀ ਸਖਤੀ ਰੱਖੀ ਆ ਬਾਰਡਰਾਂ 'ਤੇ, ਅਸੀਂ ਬਾਹਰੋਂ ਬਿਲਕੁਲ ਕੋਈ ਫਸਲ ਆਉਣ ਨਹੀਂ ਦਿੱਤੀ। ਅਤੇ ਜੋ ਸਾਡੇ ਕਿਸਾਨ ਦੀ ਮਿਹਨਤ ਦਾ ਇੱਕ ਦਾਣਾ ਸੀ, ਜਦ ਤਾਈਂ ਉਹ ਪ੍ਰੋਕਿਓਰ ਨਹੀਂ ਹੋ ਜਾਂਦਾ, ਇਸੇ ਤਰੀਕੇ ਪ੍ਰੋਕਿਓਰਮੈਂਟ ਚੱਲਦੀ ਰਹੇਗੀ। ਪ੍ਰੋਕਿਓਰਮੈਂਟ ਦਾ ਟਾਈਮ ਤਾਂ 31 ਮਈ ਤੱਕ ਹੈ, ਪਰ ਅੱਜ ਅਪ੍ਰੈਲ ਖਤਮ ਹੋਣ ਨੂੰ ਆਇਆ ਅਤੇ ਪ੍ਰੋਕਿਓਰਮੈਂਟ ਖਤਮ ਹੋਣ ਨੂੰ ਪਈ ਹੈ। ਕਿੰਨੇ ਕੁ ਪਰਚੇ ਇਸ ਵਾਰੀ ਕੀਤੇ ਗਏ ਦਰਜ, ਜਿਹੜੀ ਬਾਹਰੋਂ ਕਣਕ ਆ ਕੇ ਇੱਥੇ ਸ਼ੁਰੂਆਤੀ ਦੌਰ 'ਚ ਜੋ ਸਖਤੀ ਹੋਈ
ਉਦੋਂ ਜਿਹੜੀਆਂ 3-4 FIR ਹੋਈਆਂ ਉਸ ਤੋਂ ਬਾਅਦ ਕੋਈ ਇਹੋ ਜਿਹਾ ਇੱਥੇ ਦੇਖਣ ਨੂੰ ਨਹੀਂ ਮਿਲਿਆ। 1-2 ਵਾਰ ਅਟੈਂਪਟ ਹੋਏ ਆ ਇੱਥੇ ਬਾਰਡਰਾਂ ਦੇ ਉੱਤੇ ਹੀ, ਉਹ ਵਾਪਸ ਲੈ ਗਏ ਟਰੱਕ ਜਿਹੜੇ ਆਉਣ ਦੀ ਕੋਸ਼ਿਸ਼ ਕੀਤੀ। ਤੇ ਇਸੇ ਕਰਕੇ ਅਸੀਂ ਜਿਵੇਂ ਜਿੱਥੇ ਡਿਸਟ੍ਰਿਕਟ 'ਚ ਪ੍ਰੋਕਿਉਰਮੈਂਟ ਖਤਮ ਹੁੰਦੀ ਜਾ ਰਹੀ ਹੈ, ਅਸੀਂ ਕੱਲ੍ਹ ਤੋਂ ਉਹਨੂੰ ਰਿਵਿਊ ਕਰਕੇ ਜਿਹੜੇ ਪਰਚੇਸ ਸੈਂਟਰ ਅਸੀਂ ਬਣਾਏ ਸੀ ਉਹ ਖਤਮ ਕਰਦੇ ਜਾਵਾਂਗੇ। ਮੇਨ ਮੰਡੀ ਯਾਰਡ ਸਿਰਫ ਉਹ ਓਪਨ ਰੱਖਾਂਗੇ। ਇਹੀ ਸਵਾਲ ਜਿਹੜਾ ਤੁਸੀਂ ਬੜੀ ਇੰਟਰਸਟਿੰਗ ਗੱਲ ਕੀਤੀ ਹੈ, ਹਰੇਕ ਕਿਸਾਨ ਦੇ ਮਨ ਦੇ ਵਿੱਚ ਵੀ ਹੈ ਕਿ ਮੰਡੀਆਂ ਦਾ ਸਟੇਟਸ ਕੀ ਰਹੇਗਾ ਆਉਣ ਵਾਲੇ ਦਿਨਾਂ 'ਚ, ਕਿਉਂਕਿ ਪ੍ਰੋਕਿਉਰਮੈਂਟ ਤਾਂ ਲਗਭਗ ਪੂਰੀ ਹੋ ਚੁੱਕੀ ਹੈ। ਹਾਂ, ਅਸੀਂ ਇੱਕ ਦਾਣਾ ਚੱਕਾਂਗੇ, ਸਾਡੇ ਮੇਨ ਮੰਡੀ ਯਾਰਡ ਰਹਿਣਗੇ ਤਾਂ ਕਿ ਕੰਟਰੋਲ ਬਕਾਇਦਾ ਰਵੇ, ਕੋਈ ਦੁਬਾਰਾ ਤੋਂ ਬਾਹਰ ਲਿਆ ਕੇ ਫਸਲ ਵੇਚਣ ਦੀ ਕੋਸ਼ਿਸ਼ ਨਾ ਕਰੇ। ਅਸੀਂ ਜਿਹੜੇ ਛੋਟੇ ਅਸੀਂ ਪਰਚੇਸ ਸੈਂਟਰ ਖੋਲ੍ਹੇ ਸੀਗੇ ਉਹਨਾਂ ਨੂੰ ਬੰਦ ਕਰਾਂਗੇ। ਯਾਨੀ ਕਿ ਵੱਡੇ ਯਾਰਡ ਜਿਹੜੇ ਉਹੀ ਵੱਡੇ ਯਾਰਡ ਖੁੱਲ੍ਹੇ ਰਹਿਣਗੇ, ਉਹ ਵੀ ਉਦੋਂ ਤੱਕ ਖੁੱਲ੍ਹੇ ਰਹਿਣਗੇ ਜਦੋਂ ਤੱਕ ਸਾਨੂੰ ਉਮੀਦ ਹੈ ਵੀ ਫਸਲ ਹਲੇ ਖੜੀ ਹੈ ਖੇਤਾਂ 'ਚ। ਪਰ ਜੋ ਸਾਨੂੰ ਰਿਪੋਰਟਸ ਆਉਂਦੀਆਂ ਜਾ ਰਹੀਆਂ, ਆਲਮੋਸਟ ਕਾਫੀ ਡਿਸਟ੍ਰਿਕਟ ਤਕਰੀਬਨ 12-13 ਡਿਸਟ੍ਰਿਕਾਂ ਦੇ ਵਿੱਚ ਤਾਂ ਜਿੰਨੀ ਫਸਲ ਪਈ ਆ ਮੰਡੀਆਂ 'ਚ ਹੀ ਪਈ ਆ, ਜਿਹੜੀ ਥੋੜ੍ਹੀ ਬਹੁਤ ਪ੍ਰਕਿਉਰ ਹੋਣ ਵਾਲੀ ਰਹਿੰਦੀ ਹੈ। ਧੰਨਵਾਦ ਜੀ ਗੱਲਬਾਤ ਕਰਨ ਲਈ। ਥੈਂਕ ਯੂ, ਧੰਨਵਾਦ। ਇਹਨੇ ਮੰਤਰੀ ਸਾਹਿਬ ਜੋ ਕਿ ਕਰੰਟ ਸਟੇਟਸ ਦੱਸ ਰਹੀ ਸੀ, ਜੋ ਹਾੜੀ ਦੀ ਫਸਲ ਦੀ ਖਰੀਦ ਦਾ ਪੂਰਾ ਪ੍ਰੋਸੈਸ ਜਿਹੜਾ ਇਸ ਵਾਰ ਰਿਹਾ। ਹਾਲਾਂਕਿ ਇੱਕ ਪਾਠਸ਼ਾਲਾ ਵੀ ਦੱਸ ਰਹੀ ਸੀ ਕਿ ਲਾਉਣੀ ਪਈ, ਸਾਰਿਆਂ ਨੂੰ ਸਿਖਾਉਣਾ ਪਿਆ, ਕਿਉਂਕਿ ਸਿੱਧੀ ਅਦਾਇਗੀ ਦਾ ਇਹ ਪਹਿਲਾ ਸੀਜ਼ਨ ਸੀਗਾ, ਪਹਿਲੀ ਵਾਰ ਸਿੱਧੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ। ਤਾਂ ਇਸ ਕਰਕੇ ਬਹੁਤ ਸਾਰੀਆਂ ਸਮੱਸਿਆ ਤਾਂ ਸਾਹਮਣੇ ਆਉਂਦੀਆਂ, ਲੇਕਿਨ ਇਹਨਾਂ ਸਮੱਸਿਆ ਦੇ ਰਹਿੰਦੇ ਇਸ ਪੂਰੇ ਪ੍ਰੋਗਰਾਮ ਨੂੰ ਪੂਰਾ ਜ਼ਰੂਰ ਸੁਖਾਲੇ ਢੰਗ ਨਾਲ ਕਰ ਲਿੱਤਾ ਗਿਆ। ਕੈਮਰਾਮੈਨ ਦੀਪਕ ਦੇ ਨਾਲ ਅਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नु मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो तुहानू मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।